ਲੱਗ ਕਰਕੇ ਕਹਿੰਦਾ ਬਰਫੀ ਵੀ ਰੱਖੀ ਮੁੰਡੇ ਅੱਗੇ। ਆ ਮੇਰਾ ਪੁੱਤਰ ਫੇਰ ਮੇਰਾ ਨਾ ਮੱਥਾ ਚੁੰਮਿਆ ਫਿਰ ਭੱਜ ਕੇ ਇੱਧਰ ਗਿਆ ਉਹ ਤੋਂ ਨਾ ਗਵਾਂਢਣ ਦੇਖਣ ਲਈ। ਬਾਬਾ ਜੀ ਕੀ ਗੱਲ ਬੜਾ ਖੁਸ਼। ਉਹ ਲੈ ਮੇਰੇ ਪਿੰਡੋਂ ਕਹਿੰਦਾ ਆਈਆਂ ਚੀਜ਼ਾਂ ਆਓ ਵੇਖੋ ਵੇਖੋ ਸਾਰੀਆਂ ਲੈ ਕੇ ਮਹੱਲਿਆਂ ਨੂੰ ਬੁਲਾਓ। ਉਹ ਕਿਤੇ ਪੋਤੇ ਨੇ ਮਾੜਾ ਜਿਹਾ ਦੱਸਿਆ ਕਿ ਅੱਬਾ ਜੀ ਤੁਹਾਡੇ ਪਿੰਡ ਦੇ ਸਰਦਾਰ ਆ ਰਹੇ ਆ ਲਿਤਰੀ ਪਿੰਡ ਤੋਂ ਤੁਹਾਨੂੰ ਮਿਲਣ। ਬਾਬੇ ਨੂੰ ਤਾਂ ਚਾਹ ਚੜ ਗਿਆ ਹੋਣਾ ਵਾਕਈ। ਵੇਖਿਓ ਵਾਕਈ ਬਾਬਾ ਜੀ ਚਾਹ ਚੜ ਗਿਆ। ਕਦੀ ਸਮਾਨ ਚ ਵੱਜੇ ਕਦੀ ਛੱਤਾਂ ਚ ਵੱਜੇ। ਆਪਣੇ ਉਹਦੇ 3-4 ਪੋਤੇ ਸੀ ਨਾ ਜਿਹੜੇ, ਇੱਕ ਉਹਨੇ ਪਿੰਡ ਦੀ ਉਸ ਨੁੱਕਰ ਦੇ ਖਿਲਾਰਤਾ, ਇੱਕ ਉਹ ਅੱਗੇ ਖਿਲਾਰ ਦਿੱਤਾ, ਇੱਕ ਅੱਗੇ ਦੇ। ਕਹਿੰਦਾ ਜਦੋਂ ਹੀ ਗੱਡੀ ਆਈ ਨਾ ਮੈਨੂੰ ਭੱਜ ਕੇ ਆ ਕੇ ਦੱਸਣਾ। ਤੇ ਮਹੱਲੇ ਚ ਕਦੀ ਲੰਬੜਦਾਰਾਂ ਨੇ ਕੁਝ ਆਵੇ ਮੇਰੇ ਸਰਦਾਰ ਆ ਰਹੇ, ਕਦੀ ਕਿਸੇ ਵਾਲਾ ਜਾਵੇ। ਘਰ ਦੀ ਸਫਾਈ ਕਰਾ ਰਿਹਾ ਬੜੇ ਚਾਹ। ਮੈਨੂੰ 15 ਕਾਲਾਂ ਮੈਨੂੰ ਕਰ ਦਿੱਤੀਆਂ, ਪੁੱਤ ਪਹੁੰਚੇ ਨਹੀਂ ਹਜੇ। ਤੁਸੀਂ ਦੇਖੋ ਉਹਦੀ ਬਾਬੇ ਦੀ ਖੁਸ਼ੀ ਦਾ ਇਜ਼ਹਾਰ। ਉਹ ਇੰਜ ਗਲੀ ਚ ਵੜੇ, ਤੇਲ ਸਰੋਂ ਦਾ ਲਿਆ, ਇੰਜ ਕਰਕੇ ਜਿੱਦਾਂ ਨੀ ਔਰਤਾਂ ਚੋਂਦੇ ਨੇ, ਤੇਲ ਚੋਇਆ ਤੇ ਚੋ ਕੇ ਇੰਜ ਕਰਕੇ ਬੋਤਲ ਥੱਲੇ ਡਿੱਗੀ ਤੇ ਭੱਜ ਕੇ ਸਰਦਾਰ ਨੂੰ ਜਾ ਕੇ ਜੱਫੀ ਪਾ ਕੇ ਕਹਿੰਦਾ ਉਹ ਲੋਕੋ ਮੇਰਾ ਪਿੰਡ ਆ ਗਿਆ। ਕਿਆ ਬਾਤ। ਲੋਕੋ ਮੇਰਾ ਇਸ ਜੁਮਲੇ ਤੇ ਉਹ 1 ਮਿਲੀਅਨ ਤੋਂ ਖਰੇ ਜ਼ਿਆਦਾ ਵੀਡੀਓ ਕ੍ਰਾਸ ਕਰ ਗਈ ਉਹਨਾਂ ਦੀ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ, ਚੈਨਲ ਦਾ ਨਾਮ ਹੈਗਾ ਸੁਣੋ ਪੰਜਾਬ। ਪਹਿਲਾਂ ਵੀ ਇਹਨਾਂ ਦਾ ਪੋਡਕਾਸਟ ਆਪਾਂ ਇੱਕ ਵੀਡੀਓ ਅਪਲੋਡ ਆਲਰੇਡੀ ਕਰ ਚੁੱਕੇ ਆ। ਤੁਸੀਂ ਬਹੁਤ ਪਿਆਰ ਦਿੱਤਾ, ਸਾਰਿਆਂ ਨੇ ਬਹੁਤ ਵਧੀਆ ਲਾਈਕ ਸ਼ੇਅਰ ਤੇ ਕਮੈਂਟ ਕੀਤੇ ਸੀਗੇ ਵੀ ਇਹਨਾਂ ਦਾ ਇੱਕ ਹੋਰ ਜਿਹੜੀ ਹੈ ਵੀਡੀਓ ਉਹ ਜ਼ਰੂਰ ਲੈ ਕੇ ਆਓ। ਕਿਉਂਕਿ ਇਹਨਾਂ ਦਾ ਜਿਹੜੇ ਜਨਾਬ ਨੇ ਇਹਨਾਂ ਦਾ ਵੀਡੀਓ ਸੁਣਾਉਣ ਦਾ, ਸਟੋਰੀ ਸੁਣਾਉਣ ਦਾ ਜਿਹੜਾ ਤਰੀਕਾ ਆ ਉਹ ਬਹੁਤ ਹੀ ਵੱਖਰੇ ਢੰਗ ਦਾ ਤਰੀਕਾ ਇਹਨਾਂ ਦਾ। ਤੇ ਬੰਦਾ ਬੜੇ ਆਰਾਮ ਨਾਲ ਵੀਡੀਓ ਸੁਣਦਾ ਆ ਤੇ ਵਧੀਆ ਲੱਗਦਾ, ਇੱਕ ਮਜ਼ਾ ਆਉਂਦਾ ਵੀਡੀਓ ਸੁਣਨ ਦਾ, ਇੱਕ ਸਟੋਰੀ ਸੁਣਨ ਦਾ। ਸੋ ਇਸ ਵੀਡੀਓ ਦਾ ਜਿਹੜਾ ਟਾਈਟਲ ਆ, ਲੋਕੋ ਮੇਰਾ ਪਿੰਡ ਆ ਗਿਆ, ਜਲੰਧਰ ਪਿੰਡ, ਹਾਰਟ ਟੱਚਿੰਗ ਸਟੋਰੀ ਗੱਲਬਾਤ। ਸੋ ਦੇਖਦੇ ਆ ਇਹਦੇ ਵਿੱਚ ਕਿਹੜੀ ਇਹੋ ਜਿਹੀ ਗੱਲਬਾਤ ਕੀਤੀ ਗਈ ਆ ਜਿਹੜੀ ਇਹਨਾਂ ਨੇ ਟਾਈਟਲ ਲਿਖਿਆ ਲੋਕੋ ਮੇਰਾ ਪਿੰਡ ਆ ਗਿਆ। ਸੋ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀ ਹੈ। ਤੇ ਚੱਲਦੇ ਆ ਸਿੱਧਾ ਵੀਡੀਓ ਵੱਲ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। ਮੈਂ ਖੁਸ਼ੀ ਦੇ ਇੱਕ ਬੜਾ ਪਿਆਰਾ ਵਾਕਿਆ ਤੁਹਾਨੂੰ ਸੁਣਾਉਣਾ ਕਿ ਮੈਂ ਨਾ ਇੱਕ ਬਾਬਾ ਸੀ, ਉਹਦਾ ਨਾਂ ਵੀ ਬਾਬਾ ਖੁਸ਼ੀ ਸੀ। ਬਾਬਾ ਖੁਸ਼ੀ, ਮੈਂ ਉਹਦਾ ਇੰਟਰਵਿਊ ਕਰਨ ਗਿਆ ਤੇ ਉਹ ਬੜਾ ਮਾੜਾ ਸੀ ਘਰੋਂ, ਮਤਲਬ ਪੁਰਾਣੇ ਜਿਹੇ ਉਹਨੇ ਕੱਪੜੇ ਪਾਏ। ਤੇ ਮੈਂ ਜਦੋਂ ਇੰਟਰਵਿਊ ਲੈਣ ਗਿਆ ਤੇ ਬਾਬਾ ਜੀ ਨੇ ਬੜੀ ਮੁਹੱਬਤ ਨਾਲ ਮੈਨੂੰ ਪਾਇਆ। ਤੇ ਸਭ ਤੋਂ ਪਹਿਲਾਂ ਉਹਨੇ ਸਵਾਲ ਹੀ ਇਹ ਮੈਨੂੰ ਕੀਤਾ ਕਿ ਯਾਰ ਤੂੰ ਮੇਰਾ ਇੰਟਰਵਿਊ ਕਰਨ ਲੱਗਾ ਵਾ ਕਿ ਮੇਰਾ ਪਿੰਡ ਵਿਖਾਵੇਂਗਾ। ਮੈਂ ਕਿਹਾ ਬਾਬਾ ਜੀ ਕਿਹੜਾ ਪਿੰਡ ਸੀ ਤੁਹਾਡਾ? ਕਹਿੰਦੇ ਲਿਤਰੀ ਪਿੰਡ ਸੀ ਜਲੰਧਰ ਚ। ਉਹ ਬੜਾ ਫੇਮਸ ਪਿੰਡ, ਉੱਥੇ ਦੇ ਸਾਰੇ ਸਰਦਾਰ ਬਾਹਰ ਕੈਨੇਡਾ ਅਮਰੀਕਾ ਸੈਟਲ ਨੇ। ਤੇ ਮੈਨੂੰ ਨਹੀਂ ਸੀ ਪਤਾ ਲਿਦੜੀ ਕਿ ਲਿਤਰੀ। ਲਿਤਰੀ ਕਿਹਾ ਇਹਨਾਂ ਨੇ, ਲਿਤਰੀ ਇੱਕ ਲਿਦੜਾ ਦੇ ਸੁਣਿਆ। ਲਿਦੜਾ ਸਹੀ ਗੱਲ, ਲਿਦੜਾ ਤਾਂ ਹੀ ਸੁਣਿਆ, ਲਿਤਰੀ ਨਹੀਂ ਪਹਿਲਾਂ ਆਪਾਂ ਪਿੰਡ ਕੋਈ ਸੁਣਿਆ। ਤੇ ਜੇ ਕੋਈ ਹੋਇਆ ਲਿਦੜਾ ਜਾਂ ਲਿਤਰੀ ਪਿੰਡ ਤੇ ਦੱਸਿਓ ਜਰੂਰ ਸਾਨੂੰ। ਬਾਅਦ ਚ ਪਤਾ ਚੱਲਿਆ ਕਿ ਮੈਂ ਕਿਹਾ ਬਾਬਾ ਇਹ ਵੀ ਕੋਈ ਪਿੰਡ ਹੁੰਦਾ ਲਿਤਰੀ ਪਿੰਡ? ਕਹਿੰਦੇ ਨਹੀਂ, ਇਹ ਜਲੰਧਰ ਚ ਬੜਾ ਮਸ਼ਹੂਰ ਪਿੰਡ ਸੀ ਮੇਰਾ ਉਹ ਪਿੰਡ। ਮੈਨੂੰ ਜਦੋਂ ਮੈਂ ਬਾਬਾ ਜੀ ਦੀ ਸਟੋਰੀ ਰਿਕਾਰਡ ਕੀਤੀ ਤੇ ਮੈਂ ਅਪਲੋਡ ਕੀਤੀ ਤੇ ਉਹ ਮੈਨੂੰ ਫੋਨ ਆਇਆ, ਉਹ ਕਹਿੰਦੇ ਜੀ ਬਾਬਾ ਜੀ ਨਾਲ ਗੱਲ ਕਰਾਓ। ਉਹਨਾਂ ਨੇ ਵੀ ਇੰਝ ਕੀਤਾ, ਉਹਨਾਂ ਨੇ ਕਿਹਾ ਫਲਾਂ ਇੱਕ ਬੰਦਾ ਤੁਹਾਡੇ ਕੋਲ ਆਏਗਾ, ਇਹ ਬਾਬਾ ਜੀ ਨੂੰ ਨਾ ਤੁਸੀਂ ਕੁਛ ਚੀਜ਼ਾਂ ਵਾ ਅਸੀਂ ਭੇਜੀਆਂ, ਉਹ ਤੁਸੀਂ ਬਾਬੇ ਨੂੰ ਪਹੁੰਚਾਉਣੀਆਂ। ਉਹਦੇ ਵਿੱਚ ਸੀਗਾ ਬਾਬੇ ਦੀ ਇੱਕ ਚਾਦਰ ਸੀ, ਇੱਕ ਸਾਫਾ ਸੀ, ਉਹ ਇੱਕ ਇੰਝ ਦੀਆਂ ਕੁਛ 2-4 ਗਿਫਟ ਸੀ ਬਾਬੇ ਦੇ। ਮੈਂ ਨਾ ਲੈ ਕੇ ਨਾ ਉਹ ਬਾਬਾ ਜੀ ਦੇ ਗਿਫਟ ਜੇ ਤੇ ਮੈਂ ਬਾਬੇ ਦੇ ਪਿੰਡ ਗਿਆ। ਜਦੋਂ ਮੈਂ ਪਿੰਡ ਗਿਆ ਨਾ ਤੇ ਉਹ ਬਾਬਾ ਜੀ ਨੇ ਨਾ ਚੱਪਲ ਨਹੀਂ ਸੀ ਪਾਈ, ਜੁੱਤੀ। ਮੈਂ ਨੰਗੇ ਪੈਰੀ ਨਾ ਉਹ ਫਿਰ ਰਹੇ ਸੀ, ਕੰਮ ਸ਼ਮ ਕਰਦੇ ਸੀ ਸਾਈਕਲ ਤੇ ਨਾ, ਫੇਰੀ ਪੂਰੀ ਵੀ ਲਾਉਂਦੇ ਪਿੰਡਾਂ ਚ ਜੀ। ਤੇ ਉਹ ਫੇਰੀ ਪੂਰੀ ਲਾ ਕੇ ਤੇ ਉਹਨਾਂ ਦੀ ਜਿਹੜੀ ਉਹਦੀ ਵਾਈਫ ਵੀ ਜ਼ਿੰਦਾ ਸੀ, ਵਾਈਫ ਵੀ ਉਸੇ ਨਾਲ ਹੀ ਪਿੰਡ ਸੀ ਉੱਥੇ ਦੀ ਸੀਗੀ, ਤੇ ਉਹ ਵੀ ਬੁੱਢੀ ਸੀ, ਇਹ ਵੀ ਬਾਬਾ ਸੀ। ਮੈਂ ਜਦੋਂ ਇੰਝ ਕਰਕੇ ਘਰ ਵੜਿਆ ਤੇ ਬਾਬਾ ਜੀ ਖੁਸ਼ ਹੋ ਗਏ, ਮੈਨੂੰ ਕਹਿੰਦੇ ਪੁੱਤ ਖੈਰ? ਮੈਂ ਕਿਹਾ ਬਾਬਾ ਤੇਰੇ ਤੋਹਫੇ ਆਏ ਪਿੰਡੋਂ। ਕਹਿੰਦਾ ਜਾਣਦੇ? ਮੈਂ ਕਿਹਾ ਹਾਂ। ਉਹਨਾਂ ਇੰਝ ਕਰਕੇ ਉਹਨੇ ਮੰਜੀ ਡਾਈ ਤੇ ਕਹਿੰਦੇ ਖਿਲਾਰ ਇੱਥੇ। ਉਹਨਾਂ ਨੇ ਨਾ ਇੱਕ ਸੂਟ, ਇੱਕ ਚਾਦਰ, 2 ਜਰਾਬਾਂ, ਪਰ 1-2 ਚੀਜ਼ਾਂ ਇੰਝ ਦੀਆਂ, ਥੋੜਾ ਜਿਹਾ ਸਮਾਨ, ਕੋਈ 4-5 ਚੀਜ਼ਾਂ, ਉਹ ਇੰਝ ਕਰਕੇ ਸਮਾਨ ਖਿਲਾਰਿਆ। ਤੇ ਉਹ ਬਾਬਾ ਨਾ ਜੁੱਤੀ ਨਹੀਂ ਪਾਈ ਉਹਨੇ, ਉਹਨੂੰ ਜਿੱਦਾਂ ਨਹੀਂ ਵਕਤ ਪੈ ਗਿਆ ਹੁੰਦਾ, ਉਹ ਆਪਣੀ ਘਰ ਦੀ ਨੂੰ ਬਾਰ-ਬਾਰ ਕਹੀ ਜਾਵੇ ਉਹ ਪਾਥੀਆਂ ਲਾ, ਚਾਹ ਬਣਾ, ਤੈਨੂੰ ਪਤਾ ਨੀ ਨਜ਼ਰ ਨਹੀਂ ਆਉਣ ਦਿਆ। ਉਹ ਨਾ ਘਰ ਦੀ ਕਹਿੰਦੀ ਬਣਾਉਣ ਤਾਂ ਲੱਗੀ, ਤੁਸੀਂ ਕੀ ਹੋ ਗਿਆ? ਉਹ ਫਿਰ ਲੱਕੜ ਲਾ ਵਿੱਚ, ਉਹ ਨੰਗੇ ਪੈਰੀ ਦੌੜ ਗਿਆ। ਮੈਂ ਬਾਬੇ ਨੂੰ ਕੀ ਹੋਇਆ? ਐਕਸਾਈਟਡ ਹੋ ਗਿਆ, ਭੱਜਾ ਜਾ ਕੇ ਨਾ ਉਹ ਦੁਕਾਨ ਤੋਂ ਉੱਥੇ ਬਰਫੀ ਕਾਗਜ਼ ਇੰਨੀ ਬੜੀ ਲਵੇਟ ਕੇ ਲਿਆਇਆ। ਉਹਨਾਂ ਨੂੰ ਉਹ ਬੇਗਮ ਉਹਦੀ ਨਾ ਮਾਈ ਜਿਹੜੀ ਅੰਮਾ ਜੀ ਉਹਦੀ ਘਰ ਵਾਲੀ, ਉਹ ਚਾਹ ਬਣਾਉਂਦੇ ਤੇ ਉਹ ਨਾ ਦੇਖ ਲਓ। ਇਹ ਨਾ ਪੋਡਕਾਸਟ ਸੁਣ ਕੇ ਕਈ ਗੱਲਾਂ ਜਿਹੜੀਆਂ ਵਧੀਆ ਆਉਂਦੀਆਂ ਸਾਹਮਣੇ। ਹੁਣ ਗੱਲ ਕਿੰਨੀ ਸੋਹਣੀ ਸਾਹਮਣੇ ਆਈ, ਜੇ ਤੁਸੀਂ ਬਰੀਕੀ ਨਾਲ ਸੁਣੀ ਹੋਊਗੀ ਇਹ ਗੱਲ।
ਕਿ ਇੱਕ ਬਾਬਾ ਜਿਹੜਾ ਫੇਰੀ ਲਾਉਂਦਾ ਮਤਲਬ ਕਿ ਪਿੰਡਾਂ 'ਚ ਘੁੰਮ ਕੇ ਕੱਪੜੇ ਵੇਚਦਾ ਹੋਊਗਾ, ਜੁੱਤੀਆਂ, ਕੋਈ ਨਿੱਕੀ ਮੋਟੀ ਚੀਜ਼ ਵੇਚਦਾ ਹੋਊਗਾ। ਕਿ ਮੰਨ ਕੇ ਚੱਲੋ ਕਿ ਮੀਡੀਅਮ ਪਰਿਵਾਰ ਚੋਂ ਬਾਬਾ ਗਰੀਬ ਲਾ ਲਓ, ਜਿਹੜਾ ਆਪਣਾ ਰੋਜ਼ਗਾਰ ਚਲਾ ਰਿਹਾ, ਰੋਟੀ ਪਾਣੀ ਚਲਾ ਰਿਹਾ, ਤੇ ਜੁੱਤੀ ਪੈਰੀ ਨਹੀਂ ਆਪਣਾ ਕੰਮ ਸ਼ਾਮ ਕਰ ਰਿਹਾ ਆ, ਤੇ ਘਰ ਕੋਈ ਉਹਦੇ ਮਤਲਬ ਪਿੰਡ ਤੋਂ ਕੋਈ ਗਿਫਟ ਆਏ ਨੇ, ਉਹ ਭੱਜਾ ਗਿਆ ਤੇ ਜਾ ਕੇ ਚਾਹ ਕਿੰਨਾ ਚੜਿਆ, ਮਿੱਠਾ ਲੈ ਕੇ ਆਇਆ, ਚਾਹ ਰੱਖਣ ਡਿਆ। ਕਹਿਣ ਦਾ ਮਤਲਬ ਇਹ ਆ ਕਿ ਜੇ ਕੋਈ ਬੰਦਾ ਗਰੀਬ ਆ ਤੇ ਉਹਦਾ ਦਿਲ ਕਿੱਡਾ ਵੱਡਾ ਵੇਖ ਲਓ। ਹਜੇ ਕੋਈ ਬੰਦਾ ਅਮੀਰ ਹੋਊਗਾ ਨਾ, ਰੱਜਿਆ ਪੁੱਜਿਆ ਹੋਊਗਾ, ਉਹਦੇ ਕੋਲ ਕੋਈ ਏਦਾਂ ਜਾਏਗਾ, ਉਹਨੇ ਕਹਿਣਾ ਕੋਈ ਨਹੀਂ ਬਹਿ ਜਾ, ਦਿਖਾ ਕੀ ਆ, ਹਨਾ। ਹੁਣ ਉਹ ਕਿੰਨਾ ਐਕਸਾਈਟਡ ਹੋਇਆ, ਕਿੰਨਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਕੀ ਕਰਾਂ, ਤੇ ਕਿੰਨਾ ਉਹਦੀ ਖਾਤਰਦਾਰੀ ਕਰ ਰਿਹਾ, ਕਿਤੇ ਚਾਹ ਬਣਦੀ, ਕਿਤੇ ਮਿੱਠਾ ਲੈ ਕੇ ਆਇਆ, ਕਿਤੇ ਉਹਨੂੰ ਬਿਠਾਉਣ ਦਿਆ। ਸੋ ਜਿਹੜਾ ਬੰਦਾ ਇੱਕ ਮੀਡੀਅਮ ਪਰਿਵਾਰ 'ਚ ਹੋਊਗਾ ਨਾ, ਉਹ ਰਿਸਪੈਕਟ ਵੀ ਬੜੀ ਕਰਦਾ ਆ ਹਰੇਕ ਬੰਦੇ ਦੀ, ਹਰੇਕ ਇਨਸਾਨ ਦੀ। ਫਿਰ ਉਹਨੇ ਲੱਗ ਕਰਕੇ ਕਹਿੰਦਾ ਬਰਫੀ ਵੀ ਰੱਖੀ ਮੁੰਡੇ ਅੱਗੇ, ਆ ਮੇਰਾ ਪੁੱਤਰ। ਫਿਰ ਮੇਰਾ ਨਾ ਮੱਥਾ ਚੁੰਮਿਆ ਫਿਰ ਭੱਜ ਕੇ ਇੱਧਰ ਗਿਆ, ਉਹ ਤੋਂ ਨਾ ਗਵਾਂਢਣ ਦੇਖਣ ਲਈ, ਬਾਬਾ ਜੀ ਕੀ ਗੱਲ, ਬੜਾ ਖੁਸ਼। ਉਹ ਲੈ ਮੇਰੇ ਪਿੰਡੋਂ ਕਹਿੰਦਾ ਆਈਆਂ ਚੀਜ਼ਾਂ, ਆਓ ਵੇਖੋ ਵੇਖੋ, ਸਾਰੀਆਂ ਨੂੰ ਲੈ ਕੇ ਮਹੱਲਿਆਂ ਨੂੰ ਬੁਲਾਓ। ਉਹ ਨਾ ਬੀਬੀ ਕਹਿੰਦੀ ਅਸੀਂ ਹੁਣੀ ਆਈਆਂ ਬਾਬਾ, ਹੁਣੀ ਆਈਆਂ। ਉਹ ਕਰਦੀ ਨਾਲ ਦੇ ਨੂੰ ਦੱਸਦੀ ਕਿ ਬਾਬੇ ਦੇ ਨਾ ਕੋਈ ਪਿੰਡੋਂ ਲਿਤਰੀ ਪਿੰਡ ਚ ਬਾਬਾ ਜਿੱਥੋਂ ਇੰਡੀਆ ਚ ਨਹੀਂ ਆਇਆ, ਉੱਥੋਂ ਗਿਫਟ ਆਏ। ਉਹ ਇੰਜ ਕਰਕੇ ਬਾਬੇ ਨੇ ਸਮਾਨ ਸਜਾ ਲਿਆ ਜਿਵੇਂ ਨਹੀਂ ਸਾਡੇ ਵਿਆਹਾਂ ਸ਼ਾਦੀਆਂ ਦੇ ਵਰੀਆਂ ਵਿਖਾਈ ਦੀਆਂ। ਉਹ ਨਾ ਕਹਿੰਦਾ ਆਹ ਦੇਖੋ ਚੱਦਰ, ਇਹ ਮੇਰੇ ਪਿੰਡ ਦੀ ਆ, ਆਹ ਦੇਖੋ ਜਰਾਬਾਂ, ਮੈਂ ਮੇਰੇ ਪਿੰਡ। ਮੈਨੂੰ ਵਿਆਹ ਤੋਂ ਇੱਕ ਗੱਲ ਯਾਦ ਆ ਗਈ ਆ, ਬੜਾ ਮੈਨੂੰ ਇੰਟਰਸਟ ਹੁੰਦਾ ਸੀ ਪਹਿਲਾਂ ਕਿ ਆਪਾਂ ਦੇਖੀਏ ਵੀ ਲਹਿੰਦੇ ਪੰਜਾਬ ਦੇ ਵਿੱਚ ਵਿਆਹ ਕਿਵੇਂ ਹੁੰਦੇ ਆ। ਸੋ ਅਸੀਂ ਆਲਮੋਸਟ ਕਾਫੀ ਵੀਡੀਓ ਬਣਾ ਚੁੱਕੇ ਆ, ਜਿਵੇਂ ਗੋਗਾ ਪਸਰੂਰੀ ਸਾਹਿਬ ਦੀਆਂ, ਸਲੀਮ ਅਲਵੇਲਾ ਸਾਹਿਬ ਦੀਆਂ, ਉਹਨਾਂ ਨੇ ਦਿਖਾਇਆ ਕਿ ਉੱਥੇ ਵਿਆਹ ਕਿਵੇਂ ਹੁੰਦਾ ਆ, ਟੈਂਟ ਲੱਗੇ ਹੁੰਦੇ ਆ, ਖੇਤਾਂ ਦੇ ਵਿੱਚ ਖੁੱਲੇ ਡੁੱਲੇ। ਪਰ ਹਜੇ ਵੀ ਪੂਰੇ ਕਲੀਅਰ ਨਹੀਂ ਦਿਖਾਇਆ ਉਹਨਾਂ ਨੇ। ਨਹੀਂ, ਪਰ ਕਹਿਣ ਦਾ ਮਤਲਬ ਫਿਰ ਵੀ ਦੇਖਿਆ ਕਿ ਥੋੜਾ ਪਤਾ ਲੱਗਾ ਵੀ ਉੱਥੇ ਬੜਾ ਸੋਹਣਾ ਪੈਲਸ। ਸਾਡੇ ਇੱਧਰ ਏਰੀਆ ਜਿਵੇਂ ਵੀ ਇੱਥੇ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਵੀ ਇੱਥੇ ਕੀ ਮਾਹੌਲ ਹੁੰਦਾ ਆ, ਕਿੱਦਾਂ ਇੱਥੇ ਵਿਆਹ ਸ਼ਾਦੀਆਂ ਚੱਲਦੀਆਂ ਨੇ ਮੌਜੂਦਾ। ਪਰ ਤੁਹਾਡੇ ਵੱਲ ਬਹੁਤ ਸੋਹਣਾ ਮੈਨੂੰ ਲੱਗਾ ਕਿ ਉੱਥੇ ਬੜਾ ਸਿੰਪਲ ਤਰੀਕੇ ਨਾਲ, ਘੱਟ ਖਰਚਾ ਕਰਦੇ ਨੇ ਲੋਕੀ, ਇੰਨਾ ਦਿਖਾਵਾ ਨਹੀਂ ਕਰਦੇ, ਸਿੰਪਲ ਤਰੀਕੇ ਨਾਲ ਵਿਆਹ ਸ਼ਾਦੀ ਹੁੰਦੀ ਆ। ਜਿਹੜੀ ਗੱਲ ਮੈਨੂੰ ਯਾਦ ਆਈ ਵਿਆਹ ਤੋਂ, ਸਾਡੇ ਵੀ ਇੱਕ ਰਿਸ਼ਤੇਦਾਰੀ 'ਚ ਵਿਆਹ ਆ ਰਿਹਾ। ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ ਵੀਡੀਓ ਜ਼ਰੂਰ ਬਣਾ ਕੇ ਆਪਣੇ ਜਿਹੜੇ ਲਹਿੰਦੇ ਪੰਜਾਬ ਤੋਂ ਸਾਡੇ ਨਾਲ ਪਰਿਵਾਰ ਜੁੜਿਆ ਆ ਉਹਨਾਂ ਨੂੰ ਦਿਖਾਈਏ, ਤੇ ਵੀ ਸਾਡੇ ਚੜ੍ਹਦੇ ਪੰਜਾਬ 'ਚ ਕਿਵੇਂ ਵਿਆਹ ਹੁੰਦੇ ਨੇ, ਕਿਵੇਂ ਇੱਥੇ ਰੀਤੀ ਰਿਵਾਜ ਕਿੱਦਾਂ ਦੇ ਨੇ। ਤੇ ਫਿਰ ਤੁਸੀਂ ਸਾਨੂੰ ਵੀਡੀਓ ਵੇਖ ਕੇ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਵੱਲ ਵੀ ਇੱਦਾਂ ਵੀ ਰੀਤੀ ਰਿਵਾਜ ਹਜੇ ਵੀ ਇੱਦਾਂ ਚੱਲਦੇ ਨੇ, ਜਾਂ ਤੁਹਾਡੇ ਕੋਈ ਹੋਰ ਨਵੇਂ ਰੀਤੀ ਰਿਵਾਜ ਨੇ, ਜਾਂ ਸੈਪਰੇਟ ਨੇ, ਜਾਂ ਤੁਹਾਡੇ ਪੁਰਾਣੇ ਹੋਰ ਤਰੀਕੇ ਦੇ ਨੇ। ਸੋ ਇਹਦੇ ਨਾਲ ਇੱਕ ਦੂਜੇ ਨੂੰ ਪਤਾ ਲੱਗਦਾ ਰਹਿੰਦਾ ਵੀ ਕਿਹੜੇ ਰੀਤੀ ਰਿਵਾਜ ਚੱਲ ਰਹੇ ਨੇ ਅੱਜ ਕੱਲ੍ਹ। ਹੁਣ ਆ ਜਿਵੇਂ ਇਹਨਾਂ ਨੇ ਕਿਹਾ ਕਿ ਏਦਾਂ ਬਾਬਾ ਜੀ ਨੇ ਗਿਫਟ ਮੰਜੇ ਤੇ ਐ ਰੱਖ ਲਏ ਜਿਵੇਂ ਵਰੀਆਂ ਤੇ ਸਾਡੇ ਵੀ ਰਿਵਾਜ ਹੈਗਾ ਆ, ਤੇ ਕਈ ਲੋਕ ਵਰੀਆਂ ਦਿਖਾਉਂਦੇ ਨੇ, ਕਈ ਨਹੀਂ ਵਿਖਾਵਾ ਕਰਦੇ, ਆਪਣੇ ਹਿਸਾਬ ਨਾਲ ਚੇਂਜ ਕਰ ਲੈਂਦੇ ਰੂਪ। ਤੇ ਅਸੀਂ ਜ਼ਰੂਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਆਪਾਂ ਇੱਕ ਵਲੌਗਿੰਗ ਚੈਨਲ ਜਿਹੜਾ ਉਹ ਜਲਦੀ ਸ਼ੁਰੂ ਕਰਾਂਗੇ, ਤੇ ਉਹਦੇ ਵਿੱਚ ਆਪਾਂ ਵਲੌਗਿੰਗ ਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਵੀ ਇੱਧਰ ਵਿਆਹ ਸ਼ਾ ਕਿਵੇਂ ਹੁੰਦਾ ਆ, ਕੀ ਹਿਸਾਬ ਦਾ ਵਾ। ਬੰਦਾ ਇਹ ਹੈ ਵੀ ਚਲੋ ਨੌਲੇਜ 'ਚ ਵਾਧਾ ਹੁੰਦਾ ਰਹਿੰਦਾ। ਤੇ ਪਿੰਡੋਂ ਆਈ ਸਾਜ ਸਾਣ ਆਵੇ। ਅੱਛਾ ਜਿਹੜੀ ਚਾਹ ਬਣਾਈ ਨਾ ਮਾਂ ਜੀ ਨੇ, ਉਹ ਮਾਂ ਗੁਰੂ ਤੇ ਆਗਣਾ ਬੜੇ, ਉਹ ਚਾਹ ਕੇ ਕਿਤੇ ਧਵਾਂਕੀ, ਉਹਨੂੰ ਧੂਆਂ ਫਿਰ ਗਿਆ। ਅੱਛਾ ਮੈਂ ਦੇਖ ਮੁਹੱਬਤ ਦਾ ਹਜ਼ਾਰ ਉਹਨੇ ਮੇਰੇ ਅੱਗੇ ਚਾਹ ਰੱਖੀ ਨਾ ਮੇਰੇ ਕੋ ਪੀਤੀ, ਮੈਂ ਪੀਣੀ ਸੀ ਕਿਉਂਕਿ ਮੈਂ ਕਿਹਾ ਮੁਹੱਬਤ ਨੂੰ ਤੇ ਨਹੀਂ ਟਕਰਾ ਸਕਦਾ, ਚਾਹ ਨਹੀਂ। ਮੈਂ ਉਹਨਾਂ ਦੀ ਉਦਾਂ ਹੀ ਚਾਹ ਜਿਹੜੀ ਧਵਾਂਕੀ ਸੀ ਜੋ ਵੀ ਮੈਂ ਪੀ ਲਈ। ਮੈਂ ਉਹਨਾਂ ਨੂੰ ਮਹਿਸੂਸ ਨਹੀਂ ਹੋਣਾ, ਮੈਂ ਕਿਹਾ ਇਹਨਾਂ ਦੀ ਇਹ ਨਾ ਕਹਿਣ ਚਾਹ ਨਹੀਂ ਸਹੀ ਬਣੀ, ਬਹੁਤ ਚੰਗੀ ਗੱਲ। ਅੱਛਾ ਉਹਨਾਂ ਨਾਲ ਬਰਫੀ ਚਾਹ ਮੈਂ ਖਾਦੀ, ਤੇ ਮੈਂ ਕਿਹਾ ਬਾਬਾ ਜੀ ਮੈਂ ਚੱਲਦਾ। ਤੇ ਮੈਨੂੰ ਕਹਿੰਦਾ ਪੁੱਤਰ ਨਹੀਂ ਉਦਾਂ ਹੀ ਖਾ ਲਈ। ਅੱਛਾ ਉਹ ਖਾਦੀ ਨਾ, ਫਿਰ ਅਗਲਾ ਕੀ ਵਾਕਿਆ ਹੋਇਆ, ਮੈਂ ਨਾ ਆ ਗਿਆ ਵਾਪਸ। ਤੇ ਇੱਕ ਦਿਨ ਨਾ ਇਹ ਪੰਜਾਬੀ ਲਹਿਰ ਵਾਲਿਆਂ ਦੀ ਕਾਲ ਆਈ, ਉਹਨਾਂ ਨੇ ਕਿਹਾ ਜੀ ਅਸੀਂ ਬਾਬਾ ਜੀ ਦੇ ਨਾ ਪਿੰਡੋਂ ਸਰਦਾਰ ਆਏ, ਉਹਨੂੰ ਲੈ ਕੇ ਜਾ ਰਹੇ। ਸਹੀ। ਤੇ ਮੈਂ ਕਿਹਾ ਚਲੋ ਤੁਸੀਂ, ਉਹ ਨਾ ਕਹਿੰਦੇ ਸੀ ਚੱਲੇ ਜੀ ਪਿੰਡ। ਮੈਂ ਕਿਹਾ ਚਲੋ ਜਾਓ ਤੁਸੀਂ ਹੋਇਆ। ਮੈਂ ਉਹਨੂੰ ਨੰਬਰ ਸ਼ੰਬਰ ਬਾਬੇ ਦਾ ਜਾਂ ਕਿਸੇ ਦਾ ਪੋਤੇ ਦਾ ਮੈਨੂੰ ਲੱਭਿਆ, ਮੈਂ ਉਹਨੂੰ ਦੇ ਦਿੱਤਾ। ਤੇ ਮੈਂ ਕਿਹਾ ਚਲੋ ਮੈਂ ਵੀ ਦੇਖਾਂਗਾ ਜੀ ਮੇਰੇ ਕੋਲ ਜਾ ਹੋਇਆ। ਉਹਦੇ ਮੇਰੇ ਨਾ ਉਹਦੇ ਪੋਤੇ ਨਾਲ ਫਿਰ ਰਾਬਤਾ ਸੀਗਾ। ਮੈਂ ਕਿਹਾ ਯਾਰ ਏਦਾਂ ਤਾਂ ਬੰਦੇ ਆਉਣੇ ਆ, ਤੇ ਤੁਸੀਂ ਨਾ ਸਰਦਾਰ ਆ ਰਹੇ ਬਾਬੇ ਦੇ ਪਿੰਡ, ਬਾਬੇ ਨੂੰ ਦੱਸ ਦੇ। ਉਹ ਕਿਤੇ ਪੋਤੇ ਨੇ ਮਾੜਾ ਜਿਹਾ ਹੀ ਦੱਸਿਆ ਕਿ ਅੱਬਾ ਜੀ ਤੁਹਾਡੇ ਪਿੰਡ ਦੇ ਸਰਦਾਰ ਆ ਰਹੇ ਆ, ਲਿਤਰੀ ਪਿੰਡ ਤੋਂ ਤੁਹਾਨੂੰ ਮਿਲਣ। ਬਾਬੇ ਨੂੰ ਤਾਂ ਚਾਹ ਚੜ ਗਿਆ ਹੋਣਾ, ਵਾਕਈ ਵੇਖਿਓ, ਵਾਕਈ ਬਾਬਾ ਜੀ ਚਾਹ ਚੜ ਗਿਆ। ਕਦੀ ਸਮਾਨ 'ਚ ਵੱਜੇ, ਕਦੀ ਛੱਤਾਂ 'ਚ ਵੱਜੇ। ਆਪਣੇ ਉਹਦੇ 3-4 ਪੋਤੇ ਸੀ ਨਾ ਜਿਹੜੇ, ਇੱਕ ਉਹਨੇ ਪਿੰਡ ਦੀ ਉਸ ਨੁੱਕਰ ਦੇ ਖਿਲਾਰਤਾ, ਇੱਕ ਉਹ ਅੱਗੇ ਖਿਲਾਰ ਦਿੱਤਾ, ਇੱਕ ਅੱਗੇ। ਤੇ ਕਹਿੰਦਾ ਜਦੋਂ ਹੀ ਗੱਡੀ ਆਈ ਨਾ ਮੈਨੂੰ ਭੱਜ ਕੇ ਆ ਕੇ ਦੱਸਣਾ। ਤੇ ਮਹੱਲੇ 'ਚ ਕਦੀ ਲੰਬੜਦਾਰਾਂ ਦੇ ਕੋ ਜਾਵੇ ਮੇਰੇ ਸਰਦਾਰ ਆ ਰਹੇ, ਕਦੀ ਕਿਸੇ ਵਾਲਾ ਜਾਵੇ।
ਘਰ ਦੀ ਸਫਾਈ ਕਰਾ ਰਿਹਾ, ਬੜੇ ਚਾਹ। ਮੈਨੂੰ ਕੋਈ 15 ਕਾਲਾਂ ਮੈਨੂੰ ਘਰ ਦਿੱਤੀਆਂ, ਪੁੱਤ ਪਹੁੰਚੇ ਨਹੀਂ ਹਜੇ, ਪੁੱਤ ਪਹੁੰਚੇ ਨਹੀਂ ਹਜੇ। ਉਹ ਬੜਾ ਨਾ, ਉਹਨੂੰ ਬੜੀ ਖੁਸ਼ੀ। ਮੈਂ ਕਿਹਾ ਬਾਬਾ ਜੀ ਆਏ ਨੇ, ਮੈਂ ਤਾਂ ਕਿਤੇ ਦੂਰ ਵਾਂ ਤੇ ਉਹ ਤੁਹਾਡੇ ਕੋਲ ਆ ਜਾਣਗੇ ਆਪੀ। ਉਹ ਖੈਰ ਨੂੰ ਸਰਦਾਰ, ਮਤਲਬ ਕਿ ਇੱਕ ਸਿਰਫ ਪਿੰਡ ਦੇ ਬੰਦੇ ਆਣੇ ਹੀ ਤੇ ਇੰਨਾ ਚਾਅ, ਮਤਲਬ ਕਿ ਇਹ ਜਿਹੜੇ ਚਾਅ ਨੇ ਨਾ ਪੁਰਾਣੇ ਬਜ਼ੁਰਗਾਂ ਚ ਕਿੰਨੇ ਮਤਲਬ ਹਰੇਕ ਫੀਲਿੰਗ ਉਹਨਾਂ ਚ ਬਹੁਤ ਜ਼ਿਆਦਾ ਹੈ ਨਾ। ਚਾਅ ਕਰਦੇ ਨੇ ਨਿੱਕੀ ਨਿੱਕੀ ਚੀਜ਼ ਦਾ, ਇੱਕ ਸੂਟ ਆਇਆ ਉਹਦਾ ਕਿੰਨਾ ਚਾਅ ਕੀਤਾ ਹਨਾ। ਪਰ ਅੱਜ ਦੇ ਮਤਲਬ ਮਾਹੌਲ ਵਿੱਚ ਇਹ ਮਿਸਿੰਗ ਹੈ ਮਿਸਿੰਗ ਅੱਜ ਕੱਲ, ਕਿਉਂਕਿ ਅੱਜ ਕੱਲ ਜ਼ਮਾਨਾ ਹੌਲੀ ਹੌਲੀ ਮਤਲਬ ਤੇਜ਼ ਹੋ ਗਿਆ, ਡਿਜੀਟਲ ਹੋ ਗਿਆ, ਮਤਲਬ ਚੀਜ਼ਾਂ ਦਾ ਉਹ ਚਾਅ ਵੀ ਨਹੀਂ ਰਿਹਾ ਉਹ ਚੀਜ਼ਾਂ ਦਾ ਜੇ ਮਿਲ ਜੇ। ਪਰ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਨੂੰ ਸਿੱਖਣ ਦੀ ਬੜੀ ਲੋੜ ਆ। ਜਿਹੜੇ ਬਜ਼ੁਰਗ ਸੀ ਉਹਨਾਂ ਤੋਂ ਸਿੱਖਣ ਵਾਲੀ ਬੜੀ ਇਹ ਲੋੜ ਆ ਕਿ ਉਹਨਾਂ ਨੂੰ ਆਓ ਭਗਤ ਕਰਨ ਦਾ ਕਿੰਨਾ ਪਤਾ ਸੀਗਾ। ਅੱਜ ਕੱਲ ਨਹੀਂ ਇੰਨੀ ਨੌਲੇਜ, ਪਰ ਜਿਹੜੀ ਬਜ਼ੁਰਗ ਕਰਦੇ ਸੀਗੇ ਆਓ ਭਗਤ, ਵੇਖੋ ਕਿੱਦਾਂ ਪੈਰੀ ਚੱਪਲ ਨਹੀਂ ਤੇ ਜਾ ਕੇ ਮਿੱਠਾ ਲਿਆਉਂਦੇ, ਚਾਹ ਬਣਾਉਂਦੇ। ਹੁਣ ਉਹਦੇ ਪਿੰਡ ਦੇ ਜੇ ਸਰਦਾਰ ਆਏ ਨੇ ਤੇ ਉਹਨਾਂ ਦੀ ਕਿੰਨੀ ਇੱਜ਼ਤ ਆਓ ਭਗਤ ਕੀਤੀ ਹੋਣੀ ਆ। ਵਾਕਿਆ ਆਪਾਂ ਦੇਖਦੇ ਹਾਂ ਅੱਗੇ ਵੀਡੀਓ 'ਚ। ਤੁਸੀਂ ਦੇਖੋ ਉਹਦੀ ਬਾਬੇ ਦੀ ਖੁਸ਼ੀ ਦਾ ਇਜ਼ਹਾਰ। ਉਹ ਇੰਜ ਗਲੀ 'ਚ ਵੜੇ, ਤੇਲ ਸਰੋਂ ਦਾ ਲਿਆ, ਅੱਛਾ ਜੀ, ਇੰਜ ਕਰਕੇ ਜਿੱਦਾਂ ਨਹੀਂ ਔਰਤਾਂ ਤੇਲ ਚੋਂਦੇ ਨੇ, ਹਾਂ ਤੇਲ ਚੋਇਆ ਤੇ ਚੋ ਕੇ ਇੰਜ ਕਰਕੇ ਬੋਤਲ ਥੱਲੇ ਡਿੱਗੀ ਤੇ ਭੱਜ ਕੇ ਸਰਦਾਰ ਨੂੰ ਜਾ ਕੇ ਜੱਫੀ ਪਾ ਕੇ ਕਹਿੰਦਾ, ਉਹ ਲੋਕੋ ਮੇਰਾ ਪਿੰਡ ਆ ਗਿਆ। ਕੀ ਬਾਤ, ਲੋਕੋ ਮੇਰਾ। ਇਸ ਜੁਮਲੇ ਤੇ ਉਹ 1 ਮਿਲੀਅਨ ਤੋਂ ਖਰੇ ਜ਼ਿਆਦਾ ਵੀਡੀਓ ਕ੍ਰਾਸ ਕਰ ਗਈ ਉਹਨਾਂ ਦੀ ਕਿ ਲੋਕੋ ਮੇਰਾ ਪਿੰਡ ਆ ਗਿਆ। ਦੇਖੋ ਲੋਕ, ਜਿੰਨੇ ਵੀ ਸਰਦਾਰ ਉਹਨਾਂ ਨਾਲ ਲੇਡੀਜ਼ ਸੀਗੀਆਂ, ਔਰਤਾਂ ਸੀ, ਉਹ ਸਾਰੀਆਂ ਰੋ ਪਈਆਂ, ਕਹਿੰਦੇ ਇੰਨੀ ਮੁਹੱਬਤ ਆਪਣੇ ਪਿੰਡ ਨਾਲ। ਆਪਣੇ ਵਾਲੀ ਆਪਾਂ ਵੀਡੀਓ ਜ਼ਰੂਰ ਵੇਖਣੀ ਆ, ਮੈਨੂੰ ਬੜਾ ਇੰਟਰਸਟ ਹੋਣ ਡਿਆ, ਸ਼ਾਇਦ ਤੁਹਾਨੂੰ ਵੀ ਉਹ ਦਿਖਾਊਗਾ ਕਿ ਇਹ ਵਾਲੀ ਵੀਡੀਓ ਜਿਹੜੀ ਆ ਪੰਜਾਬੀ ਲਹਿਰ ਤੇ ਹੋਏਗੀ, ਪੰਜਾਬੀ ਲਹਿਰ ਤੇ ਹੋਊਗੀ ਜ਼ਰੂਰ। ਆਪਾਂ ਜ਼ਰੂਰ ਲੈ ਕੇ ਆਵਾਂਗੇ 1-2 ਵੀਡੀਓ ਤੋਂ ਬਾਅਦ ਸ਼ਾਇਦ, ਜਾਂ ਨੈਕਸਟ ਵੀਡੀਓ ਆਪਾਂ ਇਹ ਬਣਾਵਾਂਗੇ। ਮੈਨੂੰ ਇਹ ਬਾਬਾ ਜੀ ਦੀ ਜਿਹੜੀਆਂ ਨਾ ਗੱਲਾਂ ਬਾਤਾਂ ਨੇ, ਜਿਹੜੀਆਂ ਬਾਬਾ ਜੀ ਦਾ ਸੁਭਾਅ ਬਹੁਤ ਵਧੀਆ ਲੱਗਾ। ਸੋ ਇਹ ਬਾਬਾ ਜੀ ਦੀ ਵੀਡੀਓ ਆਪਾਂ ਜ਼ਰੂਰ ਲੱਭ ਕੇ ਲਿਆਵਾਂਗੇ। ਮੇਰਾ ਕੋਈ ਪਿੰਡ ਨਹੀਂ ਆ ਉੱਥੇ, ਮੇਰਾ ਤੇ ਆਹੀ ਪਿੰਡ ਹੈ, ਮੈਨੂੰ ਰੋਣਾ ਆ ਰਿਹਾ। ਨਹੀਂ ਦੇਖੋ 16-17 ਸਾਲ ਉਮਰ ਸੀ ਜਦੋਂ ਆਇਆ, ਬਚਪਨ ਗੁਜ਼ਾਰਿਆ ਸੀ, ਖੇਡਿਆ ਸੀ। ਬਾਬਾ ਜੀ ਨੂੰ ਸਾਰੇ ਯਾਦ ਸੀ, ਆ ਸਰਦਾਰ ਸੀ, ਉੱਥੇ ਆ ਸਿੰਧੂ ਰਹਿੰਦਾ ਸੀ, ਇੱਥੇ ਸਾਡਾ ਘਰ ਹੁੰਦਾ ਸੀ, ਉੱਥੇ ਵੇਲਣੇ ਦੇ ਅਸੀਂ ਗੰਨੇ ਲਾਈਦੇ ਸੀ, ਉੱਥੇ ਗੁੜ ਬਣਾਈਦਾ। ਮਤਲਬ ਪੂਰੀ ਘੰਟੇ ਦੀ ਸਟੋਰੀ ਸੁਣਾਈ ਸੀ ਉਹਨਾਂ ਨੇ। ਮੈਂ ਕੱਲੀ ਮੈਂ ਕਿਹਾ ਬਾਬਾ ਜੀ ਬੱਸ ਹੋ ਗਈ, ਘੰਟਾ ਮੈਂ ਰਿਕਾਰਡ ਕਰ ਲਿਆ, ਉਸ ਤੋਂ ਅੱਗੇ ਨਹੀਂ। ਉਹਨੂੰ ਹਰ ਇਲਾਕੇ ਦਾ ਪਤਾ ਸੀ, ਬੜੇ ਦੂਰ ਦੂਰ ਤੱਕ ਬਿਲਗਾ ਪਿੰਡ ਸੀ, ਫਲਾਨਾ ਪਿੰਡ ਸੀ, ਸਾਰਿਆਂ ਨੂੰ ਦੱਸੇ। ਉਹ ਖੈਰ ਜਦੋਂ ਨਾ ਉਹ ਮਿਲ ਕੇ ਨਾ ਉਹ ਸਰਦਾਰ ਗਏ, ਬਾਬਾ ਜੀ ਬਹੁਤ ਖੁਸ਼ ਕਿ ਮੇਰੇ ਪਿੰਡ ਦੇ ਸਰਦਾਰ ਮੈਨੂੰ ਅੱਜ ਮਿਲਣ ਆਏ। ਤੇ ਜਦੋਂ ਚਲੇ ਗਏ ਮੈਨੂੰ ਕਾਲ ਕੀਤੀ, ਇਹ ਪੁੱਤਰਾ ਕਿੱਥੇ ਆ ਤੂੰ? ਮੈਂ ਕਿਹਾ ਮੈਂ ਤਾਂ ਫਲਾਣੀ ਜਗ੍ਹਾ ਤੇ, ਫੈਸਲਾਬਾਦ। ਤੂੰ ਘਰ ਨਹੀਂ ਜਾਣਾ, ਤੂੰ ਸਿੱਧਾ ਮੇਰੇ ਕੋਲ ਹੀ ਆਉਣਾ। ਅੱਛਾ। ਮੈਂ ਕਿਹਾ ਕਿਉਂ? ਕਹਿੰਦਾ ਮੈਂ ਦੇਸੀ ਕੁੱਕੜ ਹਲਾਲ ਕੀਤਾ ਵਾ ਤੇਰੇ ਵਾਸਤੇ, ਤੇ ਰੋਟੀ ਨਹੀਂ, ਜੇ ਤੂੰ ਨਹੀਂ ਆਣੀ ਤਾਂ ਮੈਂ ਵੀ ਨਹੀਂ ਰੋਟੀ ਖਾਣੀ। ਮੈਂ ਕਿਹਾ ਬਾਬਾ ਜੀ ਇਹ ਕੀ ਗੱਲ ਹੈ, ਮੈਂ ਤਾਂ ਘਰ ਜਾਣਾ ਬੱਚਿਆਂ ਕੋਲ। ਕਹਿੰਦਾ ਨਹੀਂ ਰੋਟੀ ਮੇਰੇ ਕੋਲ ਖਾਣੀ ਤੂੰ। ਇਹ ਬਹੁਤਾ ਪਿਆਰ ਮਸਲਾ ਵੀ ਬਣ ਗਿਆ ਤੁਹਾਡੇ ਵਾਸਤੇ। ਹਾਂ, ਮੈਂ ਕਿਹਾ ਚਲੋ ਮੈਂ ਆ ਜਾਗਾ। ਮੈਂ ਜਦੋਂ ਗਿਆ ਤੇ ਮੈਂ ਗਲੀ 'ਚ ਜੇ ਮੈਂ ਨਾ ਬੱਚੇ ਨੂੰ, ਪੋਤੇ ਨੂੰ ਫੋਨ ਕੀਤਾ, ਮੈਂ ਕਿਹਾ ਮੈਂ 94 ਅੱਟੀ ਪਿੰਡ ਸੀ ਜੋਲਾਂ ਦੇ ਨਾਲ। 94 ਅੱਟੀ। ਅੱਛਾ। ਮੈਂ ਨਾ ਜਦੋਂ ਇੰਜ ਪਿੰਡ 'ਚ ਗਿਆ ਤੇ ਬਾਬਾ ਮੈਨੂੰ ਬਾਹਰ ਖਲੋਤਾ ਡੀਕਨ ਦਿਆ। ਉਹ ਮੈਨੂੰ ਹਨਾ, ਉਹ ਮੈਂ ਜਿਹੜੀ ਫੀਲਿੰਗ ਮੈਂ ਦੱਸਣਾ ਚਾਹੁੰਦਾ, ਜਦੋਂ ਮੈਂ ਗਿਆ ਬਾਬੇ ਨੇ ਹਾਂਡੀ ਪਕਾਈ ਮੈਂ ਰੋਟੀ ਮੇਰੇ ਵਾਸਤੇ, ਮੈਨੂੰ ਜੱਫੀ ਪਾ ਕੇ ਰੋਣਾ ਪਿਆ। ਉਹ ਮੁੰਡਿਆ ਤੂੰ ਕਹਿੰਦਾ ਹੱਥ ਚੁੰਮੇ, ਉਹ ਮੇਰੇ ਪਿੰਡ ਦੇ ਸਰਦਾਰ ਮੈਨੂੰ ਮਿਲਾ ਤੇ ਅੱਜ ਮੈਂ ਆਪਣਾ ਪਿੰਡ ਵੇਖ ਲਿਆ, ਅੱਜ ਪਿੰਡ ਦੇ ਬੰਦੇ ਮਿਲ ਗਏ। ਉਹ ਸਾਰੇ ਮਹੱਲਿਆਂ ਨੂੰ ਦੱਸਿਆ ਆਹ ਮੁੰਡਾ ਸੀ ਜਿਹਨੇ ਮੇਰੀ ਫੋਟੋ ਖਿੱਚੀ ਕੇ ਭੇਜੀ, ਉੱਥੇ ਇੰਜ ਇਹਨੇ ਫੋਟੋ ਬਣਾਈ ਸੀ, ਉਹ 3 ਡੰਡਿਆਂ ਵਾਲਾ ਨਾ ਇੰਜ ਕਰਕੇ ਅੱਗੇ ਲਾਤਾ ਇਹਨੇ, ਉਹਦੇ ਨਾਲ ਫੋਟੋ ਖਿੱਚ ਕੇ ਗਿਆ ਸੀ। ਉਹ ਖੈਰ ਮੈਨੂੰ ਨਾ ਉਹ ਲੋਕੀ ਇਕੱਠੇ ਹੋਏ ਤੇ ਮੈਨੂੰ ਬਾਜੂ ਤੋਂ ਫੜ ਕੇ ਘਰ ਲੈ ਗਿਆ। ਉੱਥੇ ਨੇ ਕੋਈ ਦੇਸੀ ਆਂਡੇ ਉਹਨੇ ਜੋੜੇ ਸੀ, ਕੋਈ ਚੀਜ਼ਾਂ ਜੀ। ਉਹ ਫਿਰ ਉਹਦੀ ਫੀਲਿੰਗ ਉਹੀ ਭੱਜਾ ਫਿਰੇ, ਕਦੀ ਐ ਨੂੰ ਕਦੀ ਐ ਨੂੰ। ਅੱਛਾ ਮੈਨੂੰ ਸਮਝ ਨਾ ਆਵੇ ਕਰਨਾ ਕੀ। ਫੀਲਿੰਗ ਇੱਕ ਅਲੱਗ ਹੀ ਫੀਲਿੰਗ ਸੀ, ਉਹਨਾਂ ਦੇ ਜਜ਼ਬਾਤ ਇੱਕ ਅਲੱਗ ਹੀ ਜਜ਼ਬਾਤ ਹੁੰਦੇ ਸੀ ਕਿ ਇੰਨੀ ਖੁਸ਼ੀ ਕਿ ਆਪਣੇ ਪਿੰਡ ਦੇ ਲੋਕਾਂ ਨੂੰ ਮਿਲ ਕੇ, ਆਪਣੇ ਪਿੰਡ ਦੇ ਲੋਕਾਂ ਨਾਲ ਗੱਲ ਕਰਕੇ, ਆਪਣੇ ਪਿੰਡ ਦੇ ਸਰਦਾਰਾਂ ਨਾਲ ਕੋਲ ਕਰੀਬ ਹੋ ਕੇ ਇੰਨੀ ਖੁਸ਼ੀ। ਮੈਂ ਕਹਿੰਦਾ ਜਿਵੇਂ ਨੇ ਉਹਨਾਂ ਨੇ ਘਰ ਕੋਈ ਬੇਟਾ ਪੈਦਾ ਹੋ ਗਿਆ ਹੋਵੇ, ਜਿਵੇਂ ਕੋਈ ਬਹੁਤ ਵੱਡੀ ਖੁਸ਼ਖਬਰੀ ਹੋਵੇ। ਇਹ ਜਜ਼ਬਾਤ ਸੀ ਉਸ ਬਜ਼ੁਰਗ ਦੇ। ਤੇ ਇੰਜ ਦੇ ਜਜ਼ਬਾਤ ਅਸੀਂ ਲੋਕਾਂ ਦੇ ਵੇਖੇ ਆ ਜਦੋਂ ਆਪਣੇ ਉਹਨਾਂ ਨੇ ਪਿੰਡ ਵੇਖੇ। ਤੁਸੀਂ ਦੇਖੋ ਜਦੋਂ ਇੰਜ ਦੇ ਜਜ਼ਬਾਤ ਲੈ ਕੇ ਲੋਕਾਂ ਨੇ ਦੁਆ ਕਰਨੀ ਆ ਤੇ ਕਬੂਲ ਹੋਣੀ। ਬਹੁਤ ਹੀ ਵਧੀਆ ਤੇ ਇਮੋਸ਼ਨਲ ਵੀਡੀਓ ਸੀਗੀ, ਮੈਨੂੰ ਬਹੁਤ ਪਸੰਦ ਆਈ ਆ। ਬਾਬਾ ਜੀ ਦਾ ਜਿਹੜਾ ਸੁਭਾਅ ਸੀਗਾ, ਜਿਹੜੇ ਕਿ ਇੰਨਾ ਉਹਨਾਂ ਨੂੰ ਐਕਸਾਈਟਡ ਹੁੰਦੇ ਸੀਗੇ ਆਪਣੇ ਪਿੰਡ ਦੇ ਬੰਦਿਆਂ ਨੂੰ ਮਿਲਣ ਵਾਸਤੇ, ਕਿਹਾ ਕਿ ਮੇਰਾ ਪਿੰਡ ਆ ਗਿਆ। ਮਤਲਬ ਇਹਨਾਂ ਨੇ ਤੇ ਸਟੋਰੀ ਸੁਣਾਈ ਹੈ ਤੇ ਸਾਨੂੰ ਇੰਨਾ ਹੋ ਰਿਹਾ, ਜਦੋਂ ਆਪਾਂ ਦੇਖਾਂਗੇ ਤੇ ਡੈਫੀਨਿਟਲੀ ਇਮੋਸ਼ਨਲ ਹੋਵਾਂਗੇ। ਮੈਨੂੰ ਇੰਜ ਲੱਗ ਰਿਹਾ ਸੀਗਾ ਵੀ ਜਿਵੇਂ
ਇਹ ਵੀਰ ਵੀਡੀਓ ਸੁਣਾ ਰਿਹਾ ਸੀਗਾ ਨਾ, ਵੀਰ ਦੇ ਬਹੁਤ ਹੀ ਵਧੀਆ ਤਰੀਕਾ ਸੁਣਾਉਂਦਾ ਇਹਨਾਂ ਦਾ ਇਹਨਾਂ ਦੀ ਸੁਭਾਅ ਪਹਿਲਾਂ ਮਿੱਠਾ ਜਿਹਾ ਸੁਭਾਅ ਆ ਪਹਿਲਾਂ ਵੀ ਅਸੀਂ ਵੀਡੀਓ ਹਾਂ। ਬਣਾਈ ਇਹਨਾਂ ਦਾ ਤੇ ਸਟੋਰੀ ਸੁਣਾਉਣ ਦਾ ਤਰੀਕਾ ਬਹੁਤ ਵਧੀਆ ਤਰੀਕਾ। ਤੇ ਇੰਜ ਲੱਗਦਾ ਕਿ ਜਿਵੇਂ ਆਪਾਂ ਜਿਹੜੇ ਪਿੰਡ ਦੇ ਸਰਦਾਰ ਆਏ ਸੀ, ਸ਼ਾਇਦ ਅਸੀਂ ਵੀ ਨਾਲ ਹੀ ਸੀਗੇ, ਐ ਲੱਗ ਰਿਹਾ ਨਾਲ ਕਿ ਬਾਬਾ ਜੀ ਆਓ ਭਗਤ ਕਰ ਰਹੇ ਨੇ, ਜਿੱਦਾਂ ਆਪਾਂ ਨਾਲ ਹੀ ਵੀਡੀਓ ਦੇਖ ਰਹੇ ਆ ਤਾਂ ਐ ਲੱਗ ਰਿਹਾ ਵੀ ਆਪਾਂ ਨਾਲ ਹੀ ਸੀਗੇ। ਸੋ ਬਹੁਤ ਵਧੀਆ ਵੀਡੀਓ ਲੱਗੀ। ਆਪਾਂ ਨੈਕਸਟ ਪਾਰਟ ਨਹੀਂ ਆਪਾਂ ਕਹਿ ਸਕਦੇ, ਉਹ ਪਾਰਟ ਆਪਾਂ ਦੇਖਣਾ ਚਾਹੁੰਦੇ ਆ ਕਿ ਜਦੋਂ ਬਾਬਾ ਜੀ ਨੇ ਉਹਨਾਂ ਦਾ ਸਵਾਗਤ ਕੀਤਾ ਆਪਣੇ ਘਰ ਦੇ ਵਿੱਚ। ਆਪਾਂ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਅਗਲੀ। ਸੋ ਅੱਜ ਲਈ ਨੇ ਸਾਨੂੰ ਤੋਂ ਆਗਿਆ ਜੀ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।